लड़ के मरना मंजूर है, ना गुलामी करनी, ना गद्दारी करनी, ना दलाली करनी। इदां लगदा है कि जी या तो दो ही ऑप्शन ने तुहाडे कोल, घर बह के सड़ के मरो या बाहर निकलो लड़ के मरो। मरना तुसीं उदां भी हैगा। ਉਹ ਜਿਹੜੀ ਚਿੰਨ੍ਹ ਅੰਦਰ ਲੱਗੀ ਆ ਨਾ ਉਹ ਬੈਠਣ ਨਹੀਂ ਦਿੰਦੀ ਘਰੇ, ਕਿਉਂਕਿ ਇੰਨਾ ਧੱਕਾ ਹੋ ਗਿਆ ਨਾ, ਇੰਨੀ ਬੇਈਮਾਨੀ ਹੋ ਚੁੱਕੀ ਹੈ ਸਾਡੇ ਨਾਲ। ਉਹ पेन ਜਿਹੜਾ ਹੈ ਨਾ, ਉਹ ਜਿਹੜਾ पेन ਹੈਗਾ, ਉਹ ਜਿਹੜਾ ਅੰਦਰ ਦਰਦ ਹੈਗਾ, ਉਹ ਨਹੀਂ ਬੈਠਣ ਦਿੰਦੀ ਹੁਣ ਘਰੇ। ਆਪਣੇ ਅੱਕਾਂ ਲਈ ਆਵਾਜ਼ ਚੱਕੀਏ, ਕਿਉਂਕਿ ਫॉर मी योर एजुकेशन इज ऑफ नो यूज। ਉਹ ਪੜ੍ਹੇ ਲਿਖੇ ਤੁਸੀਂ ਪਸ਼ੂ ਸਮਾਨ ਹੋ, ਉਹ ਵੀ ਖਾਂਦੇ ਨੇ, ਤੁਸੀਂ ਵੀ ਖਾ ਕੇ ਸੋ ਜਾਓ, ਉੱਠੋ ਬੈਠੋ। ਲੇਕਿਨ ਜੇ ਤੁਸੀਂ ਆਪਣੀ ਪੜ੍ਹਾਈ ਲਿਖਾਈ ਕਰਕੇ ਕਿਸੇ ਤੋਂ ਜੋ ਸਰਕਾਰਾਂ ਉੱਥੇ ਬਹਿ ਕੇ ਤੁਹਾਡੇ ਨਾਲ ਧੱਕਾ ਕਰ ਰਹੀਆਂ, ਤੁਹਾਡੇ ਹੱਕ ਖੋ ਰਹੀਆਂ, ਜੇਲਾਂ ਉਹ ਸਜ਼ਾਵਾਂ ਕੱਟ ਚੁੱਕੇ ਆ, ਉਹ ਤੋਂ ਬਾਅਦ ਵੀ ਇਹ ਧੱਕਾ ਹੋ ਰਿਹਾ ਹੈ। ਪਰ ਫਿਰ ਸਾਡੇ ਜਿਹਾ ਯੁਵਾ ਬੋਲੇ ਨਾ, ਫਿਰ ਤਾਂ ਕੋਈ ਮਤਲਬ ਨਹੀਂ ਨਾ। ਔਰ ਜਿਹੜੇ ਇੱਥੇ ਬਹਿ ਕੇ ਸਾਡੇ ਨਾਲ ਧੱਕਾ ਕਰ ਰਹੇ ਨਾ, ਹੁਣ ਅਸੀਂ ਉਹਨਾਂ ਨੂੰ ਭਜਾਣਾ। इंसाफ मोर्चे विच अज इत्थे एक बार फिर तो डॉक्टर रितू सिंह आए ने, पहले भी इत्थे आ रहे ने। सब लोग इन्हां नूं जानदे होणे, दिल्ली यूनीवर्सिटी दे विच असिस्टेंट प्रोफैसर ने। किसानी मोर्चे दे विच भी इन्हां ने बहुत उत्थे आडा लाया, सरकारां नाल गलबात कीती। बड़े फ्रैश जे तरीके नाल तुहाडे नाल फिर गलबात करना चाहते हैं। तुसीं इत्थे अज फिर किवें पहुंच गए? मतलब आ रहे हो, सानूं पता लग्गिआ तुसीं कई बार आ चुके हो, पर अज फिर आए हो खास तौर ते। ਅੱਜ ਫੇਰ ਕੀ ਆ ਹੀ ਰਹੇ ਹਾਂ। 26 ਨੂੰ ਵੀ ਸੀਗੇ, 26 ਨੂੰ ਹੋ ਸਕਦਾ ਸਾਡੀ ਮੁਲਾਕਾਤ ਨਹੀਂ ਹੋਈ ਹੋਣੀ। ਇਹ ਤਾਂ ਮੈਨੂੰ ਲੱਗਦਾ ਹੈ ਤੁਸੀਂ ਵੀ ਇੱਥੇ ਆਏ ਹੋ, ਤੁਹਾਨੂੰ ਮੈਨੂੰ ਸਵਾਲ ਹੀ ਨਹੀਂ ਪੁੱਛਣਾ ਚਾਹੀਦਾ ਕਿ ਕਿਉਂ ਆਏ ਹੋ। ਉਹ ਜਿਹੜੀ ਚਿੰਨ੍ਹ ਅੰਦਰ ਲੱਗੀ ਆ ਨਾ, ਉਹ ਬੈਠਣ ਨਹੀਂ ਦਿੰਦੀ ਘਰੇ, ਕਿਉਂਕਿ ਇੰਨਾ ਧੱਕਾ ਹੋ ਗਿਆ ਨਾ, ਇੰਨੀ ਬੇਈਮਾਨੀ ਹੋ ਚੁੱਕੀ ਹੈ ਸਾਡੇ ਨਾਲ। ਉਹ पेन ਜਿਹੜਾ ਹੈ ਨਾ, ਉਹ ਜਿਹੜਾ पेन ਹੈਗਾ, ਉਹ ਜਿਹੜਾ ਅੰਦਰ ਦਰਦ ਹੈਗਾ, ਉਹ ਨਹੀਂ ਬੈਠਣ ਦਿੰਦੀ ਹੁਣ ਘਰੇ। ਇਦਾਂ ਲੱਗਦਾ ਕਿ ਜੀ ਜਾਂ ਤਾਂ ਦੋ ਹੀ ਆਪਸ਼ਨ ਨੇ ਤੁਹਾਡੇ ਕੋਲ, ਘਰ ਬਹਿ ਕੇ ਸੜ ਕੇ ਮਰੋ ਜਾਂ ਬਾਹਰ ਨਿਕਲੋ ਲੜ ਕੇ ਮਰੋ। ਮਰਨਾ ਤੁਸੀਂ ਉਦਾਂ ਵੀ ਹੈਗਾ। ਤੇ ਕਿਉਂ ਨਾ ਆਪਣੇ ਹੱਕਾਂ ਲਈ ਬੋਲ ਕੇ ਆਪਣੇ ਹੱਕਾਂ ਲਈ ਆਵਾਜ਼ ਚੱਕੀਏ, ਕਿਉਂਕਿ ਫॉर मी योर एजुकेशन इज ऑफ नो यूज। ਜੇ ਤੁਸੀਂ ਆਪਣੇ ਅਧਿਕਾਰਾਂ ਲਈ ਨਹੀਂ ਬੋਲੇ, ਉਹ ਪੜ੍ਹੇ ਲਿਖੇ ਤੁਸੀਂ ਪਸ਼ੂ ਸਮਾਨ ਹੋ, ਉਹ ਵੀ ਖਾਂਦੇ ਨੇ, ਤੁਸੀਂ ਵੀ ਖਾ ਕੇ ਸੋ ਜਾਓ, ਉੱਠੋ ਬੈਠੋ। ਲੇਕਿਨ ਜੇ ਤੁਸੀਂ ਆਪਣੀ ਪੜ੍ਹਾਈ ਲਿਖਾਈ ਕਰਕੇ ਕਿਸੇ ਤੋਂ ਜੋ ਸਰਕਾਰਾਂ ਉੱਥੇ ਬਹਿ ਕੇ ਤੁਹਾਡੇ ਨਾਲ ਧੱਕਾ ਕਰ ਰਹੀਆਂ, ਤੁਹਾਡੇ ਹੱਕ ਖੋ ਰਹੀਆਂ, ਤੁਹਾਡੇ ਸੂਰਮੇ ਜਿਹੜਾ ਕਨਸਟੀਟਿਊਸ਼ਨ ਦਾ ਇੱਕ ਲਿਮਿਟ ਹੈਗੀ ਆ 14 ਇਅਰਸ ਉਮਰ ਕੈਦ, ਉਹਦੀਆਂ ਜੇਲਾਂ ਉਹ ਸਜ਼ਾਵਾਂ ਕੱਟ ਚੁੱਕੇ ਆ, ਉਹ ਤੋਂ ਬਾਅਦ ਵੀ ਇਹ ਧੱਕਾ ਹੋ ਰਿਹਾ ਹੈ। ਪਰ ਫਿਰ ਸਾਡੇ ਜਿਹਾ ਯੁਵਾ ਬੋਲੇ ਨਾ, ਫਿਰ ਤਾਂ ਕੋਈ ਮਤਲਬ ਨਹੀਂ ਨਾ। ਡਾਕਟਰ ਰਿਤੂ ਸਿੰਘ, ਤੁਸੀਂ ਸਾਈਕੋਲੋਜਿਸਟ ਹੋ, ਬੇਸਿਕਲੀ ਸਾਈਕੋਲੋਜੀ ਦੇ ਤੁਸੀਂ PhD ਕੀਤੀ ਹੋਈ ਹੈ, ਤੇ ਸਾਈਕੋਲੋਜੀ 'ਚ ਜਦੋਂ PhD ਤੁਸੀਂ ਕੀਤੀ ਹੈ ਤਾਂ ਡੈਫੀਨੇਟਲੀ ਤੁਸੀਂ ਜਿਹੜੀਆਂ ਸਾਈਕੀ ਸਮਝਦੇ ਹੋ। ਤੁਸੀਂ ਆਲਰੇਡੀ ਕਿਸਾਨ ਮੋਰਚੇ ਦੇ ਵਿੱਚ ਵੀ ਜੁੜੇ ਹੋਏ ਸੀਗੇ, ਉਹਦੇ ਬਾਅਦ ਹੁਣ ਇਸ ਮੋਰਚੇ ਵਿੱਚ ਵੀ ਆਏ ਹੋ, ਤੇ ਤੁਸੀਂ ਲੋਕਾਂ ਦੇ ਨਾਲ ਵਿਚਰ ਰਹੇ ਹੋ, ਗੱਲਬਾਤ ਕਰ ਰਹੇ ਹੋ। ਕਿੱਦਾਂ ਦੀ ਸਾਈਕੀ ਹੈਗੀ ਲੋਕਾਂ ਦੀ? ਕਿਉਂਕਿ ਡੈਫੀਨੇਟਲੀ ਸਪਰੈਸ਼ਨ, ਜਦੋਂ ਆਪਰੇਸ਼ਨ ਵੱਧ ਜਾਂਦਾ ਹੈ ਤੇ ਲੋਕਾਂ ਦਾ ਜਿਹੜਾ ਹੈਗਾ ਉਹ ਮੂਵਮੈਂਟਸ ਐਵੇਂ ਦੀਆਂ ਵਾਰ-ਵਾਰ ਆਉਂਦੀਆਂ ਰਹੀਆਂ। ਸਾਡਾ ਤਾਂ ਹਿਸਟਰੀ ਇਸ ਚੀਜ਼ ਦੇ ਗਵਾਹ ਹੈ, ਚਾਹੇ ਭਾਰਤ ਦੀ ਹਿਸਟਰੀ ਦੇਖ ਲਓ, ਖਾਸ ਕਰਕੇ ਪੰਜਾਬ ਦੀ ਹਿਸਟਰੀ, ਕਿਉਂਕਿ ਧਾੜਵੀ ਨੇ ਉਹ ਇੱਧਰੋਂ ਹੀ ਆਇਆ ਕਰਦੇ ਸੀਗੇ। ਤੇ ਤੁਸੀਂ ਬੇਸਿਕਲੀ ਸਾਈਕੋਲੋਜਿਸਟ ਹੋ, ਤਾਂ ਮੈਂ ਉਸ ਨਜ਼ਰੀਏ ਨਾਲ ਤੁਹਾਡੀ ਜ਼ਰੂਰ ਇਹਨਾਂ ਮੋਰਚਿਆਂ ਬਾਰੇ ਪੁੱਛਣਾ ਚਾਹੂੰਗੀ, ਕਿਸਾਨੀ ਮੋਰਚੇ ਤੋਂ ਇਸ ਮੋਰਚੇ ਤੱਕ। ਐਬਸੋਲੂਟਲੀ ਵੈਰੀ ਵੈਲ ਸੈਡ ਕਿ ਜਦ ਉਹ ਸਪਰੈਸ਼ਨ ਆਪਰੇਸ਼ਨ ਤੁਸੀਂ ਦੇਖਦੇ ਹੋ ਨਾ, ਜਿੱਦਾਂ ਇੱਕ ਪਾਈਪ ਆ, ਉਹ ਤੇ ਬੜਾ ਪ੍ਰੈਸ਼ਰ ਨਾਲ ਪਾਣੀ ਜਦ ਅਸੀਂ ਦਬਾ ਦਿੰਦੇ ਆ ਨਾ, ਬਹੁਤ ਦੇਰ ਤੱਕ ਦਬਾ ਕੇ ਰੱਖਦੇ ਆ, ਤਾਂ ਪਾਣੀ ਦਾ ਪ੍ਰੈਸ਼ਰ ਸ਼ਾਇਦ ਇੰਨਾ ਨਹੀਂ ਹੁੰਦਾ ਜਿੰਨੇ ਫੁਵਾਰੇ ਨਾਲ ਜਦੋਂ ਤੁਸੀਂ ਹੱਥ ਛੱਡਦੇ ਹੋ ਨਾ ਬਾਹਰ ਆਉਂਦਾ। ਦਿਸ ਇਜ਼ ਦੈਟ ਪ੍ਰੈਸ਼ਰ। ਔਰ ਇਹ ਹੁਣ ਤੋਂ ਨਹੀਂ ਹੋ ਰਿਹਾ। ਤੁਸੀਂ ਆਪ ਕਿਹਾ ਕਿ ਅਸੀਂ ਬਹੁਤ ਟਾਈਮ ਤੋਂ ਇਹ ਚੀਜ਼ ਸਹਿ ਰਹੇ ਹਾਂ। ਕਿਸਾਨੀ ਮੋਰਚਾ ਵੀ ਐਡਾ ਪਾਵਰਫੁਲ ਮੋਰਚਾ, ਇੰਨੇ ਸਾਰੇ ਲੋਕੀ ਕਿਉਂ ਸੀਗੇ ਸੜਕਾਂ ਤੇ ਬੈਠੇ ਸੀਗੇ, ਕਿਉਂਕਿ ਇੰਨਾ ਵੱਡਾ ਧੱਕਾ ਹੋ ਰਿਹਾ ਸੀਗਾ। ਉਹ ਲੋਕਾਂ ਨੇ ਰਿਅਲਾਈਜ਼ ਕਰ ਲਿਆ। ਇੱਥੇ ਵੀ ਜਿਹੜੀ ਮੈਂ ਸਾਈਕੀ ਦੇਖ ਰਹੀ ਹਾਂ ਨਾ, ਜਿੱਦਾਂ ਮੈਂ ਇੱਕ ਇੰਟਰਵਿਊ 'ਚ ਗੱਲ ਵੀ ਕਹੀ ਕਿ 63 ਇਅਰਸ ਦੇ ਬਾਬਾ ਸੀਗੇ, ਉਹ 26 ਜਨਵਰੀ ਨੂੰ ਕਿਹਾ ਕਿ ਬਾਬਾ ਜੀ ਤੁਹਾਡੇ ਲੇਖੇ ਹੁਣ ਆਪਣਾ ਲੱਗ ਜਾਏ ਨਾ ਜੀਵਨ ਵੀ, ਤੇ ਕੋਈ ਦਿੱਕਤ ਨਹੀਂ, ਜੀ ਲਿਆ ਬਹੁਤ ਅੱਛਾ ਵਧੀਆ ਸਾਡੇ ਨਾਲ, ਅੱਜ ਜੋ ਹੋ ਗਿਆ ਹੋ ਗਿਆ। ਤੇ ਇੱਕ ਨਿਹੰਗ ਛੋਟੇ ਜਿਹੇ ਬਾਬਾ ਉਹਨੂੰ ਕਹਿੰਦੇ ਕਿ ਬਾਬੇ ਤੂੰ ਕਿੱਥੇ ਫਿਰਦਾ, ਜਾਣ ਦੀ ਗੱਲਾਂ ਕਰਦਾ, ਹਾਲੀ ਤਾਂ ਅਸੀਂ ਬੈਠੇ ਹਾਂ। ਉਹ ਕੀ ਆ? ਦੈਟ ਇਜ਼ ਇਨਸਟਿੰਕਟ। ਅੰਦਰੋਂ ਆਵਾਜ਼, ਤੁਹਾਡਾ ਗੱਟ ਬੋਲ ਰਿਹਾ ਹੈ ਕਿ ਕੁਝ ਗਲਤ ਹੋ ਰਿਹਾ। ਡਰਨਾ ਨਹੀਂ, ਲੜਨਾ, ਲੜ ਕੇ ਮਰਨਾ ਮਨਜ਼ੂਰ ਹੈ, ਨਾ ਗੁਲਾਮੀ ਕਰਨੀ, ਨਾ ਗद्दारी ਕਰਨੀ, ਨਾ ਦਲਾਲੀ ਕਰਨੀ। ਔਰ ਜਿਹੜੇ ਇੱਥੇ ਬਹਿ ਕੇ ਸਾਡੇ ਨਾਲ ਧੱਕਾ ਕਰ ਰਹੇ ਨਾ, ਹੁਣ ਅਸੀਂ ਉਹਨਾਂ ਨੂੰ ਭਜਾਣਾ। ਤੇ ਉਹ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਗਿਆ, ਤੇ ਉਹ ਚੀਜ਼ ਆ। ਔਰ ਮੈਂ ਸਾਈਕੀ ਜਿਹੜੀ ਇੱਥੇ ਦੇਖੀ ਹੈ ਯੂਥ ਦੀ ਨਾ, ਦੇਖੋ ਯੂਥ ਦੇ ਵਿੱਚ ਨਾ ਜੋਸ਼ ਆ, ਬਹੁਤ ਜ਼ਿਆਦਾ ਜੋਸ਼ ਆ, ਲੇਕਿਨ ਜਿਹੜਾ ਹੋਸ਼ ਆ ਨਾ, ਉਹਨੂੰ ਰਾਈਟ ਗਾਈਡੈਂਸ ਦੀ ਜ਼ਰੂਰਤ ਆ। ਉਹਦੇ ਲਈ ਵੀ ਸਾਡੇ ਇੱਥੇ ਜਿੱਤੇ ਬਾਬੇ ਖੜੇ ਨੇ, ਵੀਰ ਖੜੇ ਨੇ, ਇਹ ਸਾਰੇ ਖੜੇ ਨੇ ਸਾਨੂੰ ਗਾਈਡ ਕਰਨ ਲਈ। ਇਹਨਾਂ ਦਾ ਜਿਹੜਾ ਐਕਸਪੀਰੀਅੰਸ, ਸ਼ਾਇਦ ਸਾਡੀ ਇੰਨੀ ਉਮਰ ਵੀ ਨਹੀਂ ਹੋਣੀ ਜਿੰਨਾ ਇਹਦਾ ਐਕਸਪੀਰੀਅੰਸ ਹੈ। ਅਸੀਂ ਸਾਰੇ ਇੱਕ ਰਲ ਮਿਲ ਕੇ ਚੱਲਣਾ। ਔਰ ਯੂਥ ਜਿਹੜਾ ਹੈਗਾ ਨਾ, ਉਹ ਇਸ ਲਈ ਇੱਕਦਮ ਰਾਈਟ ਡਾਇਰੈਕਸ਼ਨ 'ਤੇ ਚੱਲ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬੇਈਮਾਨੀ ਕਰਕੇ ਸਰਕਾਰਾਂ ਸਾਡੇ ਹੱਕ ਖੋ ਕੇ, ਸਾਡੇ ਤੋਂ ਐਜੂਕੇਸ਼ਨ ਦੂਰ ਕਰਕੇ ਸਾਨੂੰ ਡਰੱਗਸ 'ਚ ਪਾ ਰਹੀ ਹੈ। ਕਿਉਂਕਿ ਜਦ ਬੇਰੁਜ਼ਗਾਰੀ ਵੱਧ ਜੂਗੀ ਨਾ, ਤੁਹਾਡੇ ਕੋਲ ਕੁਝ ਰਹੇਗਾ ਨਹੀਂ, ਦਾਣੇ ਨਹੀਂ ਰਹਿਣਗੇ ਖਾਣ ਨੂੰ।
ਐਜੂਕੇਸ਼ਨ ਨਹੀਂ ਰਹਿਣਗੀ ਲੈਣ ਨੂੰ, ਸਭ ਕੁਝ ਮਹਿੰਗਾ ਹੋ ਜਾਊਗਾ, ਪੈਸੇ ਨਹੀਂ ਹੈਗੇ, ਫਿਰ ਕੀ ਕਰੋਗੇ? ਯੂ ਵਿਲ ਐਂਡ ਅਪ ਕਮਿਟਿੰਗ ਸੁਸਾਈਡ ਔਰ ਤੁਸੀਂ ਡਰਗ ਨਸ਼ਿਆਂ ਤੇ ਜਾਓਗੇ, ਤੁਸੀਂ ਪਾਗਲ ਹੋ ਜਾਓਗੇ। ਯੂਥ ਇਸ ਸਟ੍ਰੈਟਜੀ ਨੂੰ ਸਮਝ ਗਿਆ, ਇਸ ਕਰਕੇ ਯੂਥ ਨੇ ਆਪਣੀ ਜਿਹੜੀ એનર્ਜੀ ਆ ਰਾਈਟ ਸਾਈਡ ਲਗਾਈ ਕਿ ਅਸੀਂ ਆਪਣੇ ਕਨਸਟੀਟਿਊਸ਼ਨਲ ਰਾਈਟ ਹੈ ਨਾ ਸਾਡਾ ਪੀਸਫੁਲ ਪ੍ਰੋਟੈਸਟ, ਅਸੀਂ ਕਿਉਂ ਨਾ ਇਸ ਜਦ ਸੰਸਦ ਦੁਆਰਾ ਹੋਗੀ ਸੜਕਾਂ ਤੇ ਬਹਿ ਜਾਈਏ, ਸੜਕਾਂ ਤੇ ਬੈਠ ਕੇ ਉਸ ਗੁੰਗੀ ਬਹਿਰੀ ਅੰਧੀ ਸਰਕਾਰ ਨੂੰ ਆਪਣੀ ਆਵਾਜ਼ ਸੁਣਾ ਰਹੇ ਹਾਂ ਕਿ ਨਾਓ ਇਜ਼ ਦਾ ਟਾਈਮ, ਦੇਣਾ ਨਹੀਂ ਤੁਸੀਂ, ਅਸੀਂ ਮੰਗਣਾ ਨਹੀਂ ਹੈ, ਖੋ ਕੇ ਲੈਣਾ ਆਪਣਾ ਹੱਕ। ਇਹ ਉਹ ਡਾਕਟਰ ਰਿਤੂ ਤੁਸੀਂ ਦਿੱਲੀ ਤੋਂ ਚੱਲ ਕੇ ਆਏ ਹੋ, ਦਿੱਲੀ ਮੋਰਚੇ ਦੇ ਵਿੱਚ ਡੈਫੀਨਿਟਲੀ ਕਿਸਾਨ ਜਿਹੜੇ ਸੀ ਇਧਰੋਂ ਉੱਠ ਕੇ ਗਏ ਸੀਗੇ, ਹਰਿਆਣਾ ਤੋਂ ਗਏ ਸੀ, ਪੰਜਾਬ ਤੋਂ ਗਏ ਸੀਗੇ, ਬਹੁਤ ਵੱਡਾ ਤਬਕਾ ਪੰਜਾਬ ਦਾ ਉੱਥੇ ਬੈਠਾ ਸੀ ਦਿੱਲੀ ਦੀਆਂ ਬਰੂਹਾਂ ਤੇ, ਯੂਪੀ ਤੋਂ ਸੀਗੇ, ਸਾਰੇ ਪਾਸੇ ਸੀ। ਜੇ ਪੰਜਾਬ ਦੀ ਔਰ ਹਰਿਆਣੇ ਦੀ ਵੀ ਗੱਲ ਕਰੀਏ, ਹੁਣ ਉਧਰੋਂ ਦੀ ਤੁਸੀਂ ਦਿੱਲੀ ਤੋਂ ਚੱਲ ਕੇ ਇੱਥੇ ਤੱਕ ਆਏ ਹੋ, ਡੀਐਨਏ 'ਚ ਹੈ ਕੁਝ ਪੰਜਾਬ ਦੇ, ਤਾਂ ਕਰਕੇ ਬਾਰ-ਬਾਰ ਮੋਰਚੇ ਲੱਗਦੇ ਆ? ਹਾਂਜੀ ਬਿਲਕੁਲ, ਤੁਹਾਨੂੰ ਲੱਗਦਾ ਨਹੀਂ ਹੈ ਸਾਡੇ ਡੀਐਨਏ 'ਚ ਨਹੀਂ ਹੈਗਾ? ਐਬਸੋਲੂਟਲੀ ਇਹ ਡੀਐਨਏ 'ਚ ਹੈਗਾ, ਕਿਉਂਕਿ ਤੁਸੀਂ ਬਹਿ ਹੀ ਨਹੀਂ ਸਕਦੇ। ਆਹ ਤਾਂ ਸਾਡੇ ਗੁਰੂਆਂ ਦੀ ਵੀ ਸਿਖਲਾਈਆਂ ਆ ਨਾ। ਔਰ ਤੁਸੀਂ ਦੇਖਿਆ ਹੋਣਾ ਕਿ ਜਦ ਵੀ ਦੇਸ਼ ਤੇ ਕੋਈ ਆਪਦਾ ਆਈ ਆ, ਸਭ ਤੋਂ ਪਹਿਲੇ ਕਿਹੜੀ ਕੌਮ ਖੜੀ ਹੋਈ ਹੈ? ਸਿੱਖ ਕੌਮ। ਔਰ ਇਹ ਇੱਕ ਵਨ ਸਾਈਡ ਨਹੀਂ ਆ, ਇਹਨਾਂ ਨੂੰ ਵੀ ਪਤਾ, ਜਿਹੜੇ ਉੱਪਰ ਬੈਠੇ ਨੇ, ਜਿਹੜੇ ਦਲਾਲ ਉੱਪਰ ਬੈਠੇ ਨੇ, ਇਹਨਾਂ ਨੂੰ ਪਤਾ ਹੈ ਕਿ ਜਿਸ ਦਿਨ ਸਾਡੇ ਹੱਥ ਖੜੇ ਆ, ਕਰੋਨਾ ਕਾਲ ਆ ਗਿਆ ਜੀ, ਇਹਨਾਂ ਦੇ ਹੱਥ ਖੜੇ ਹੋ ਗਏ। ਸਾਡੇ ਸੂਰਮਿਆਂ ਨੇ ਜਿਹੜੇ ਬੱਚੇ ਭੱਜ ਗਏ ਜਾਂ ਲੋਕ ਭੱਜ ਗਏ ਆਪਣੇ ਮਾਪਿਆਂ ਨੂੰ ਛੱਡ ਕੇ, ਜਿਹਨਾਂ ਦੀ ਡੈੱਡ ਬੋਡੀਜ਼ ਪਈਆਂ ਸੀ, ਸਾਡੇ ਕੌਮ ਦੇ ਸੂਰਮਿਆਂ ਨੇ ਆਪਣੇ ਕੰਧਿਆਂ ਤੇ ਚੱਕ ਕੇ ਸ਼ਮਸ਼ਾਨ ਘਾਟ ਜਾਂ ਉਹਦਾ ਦਫਨਾਨ ਲੈ ਕੇ ਗਏ, ਜਲਾਉਣ ਲੈ ਕੇ ਗਏ। ਸਾਡੇ ਸੂਰਮੇ, ਇਹਨਾਂ ਨੂੰ ਵੀ ਪਤਾ ਕਿ ਜਦ ਵੀ ਇਹੋ ਜਿਹੀ ਕੋਈ ਗੱਲ ਹੁੰਦੀ ਹੈ, ਦੇਖੋ ਜੀ ਸਿੱਖ ਕੌਮ ਵੱਲ, ਲਾਓ ਜੀ ਲੰਗਰ, ਦਿਓ ਜੀ ਕੁਰਬਾਨੀਆਂ, ਆਓ ਜੀ ਸੜਕਾਂ ਤੇ। ਦੇਸ਼ ਬਚਾਉਣਾ ਵੀ ਅਸੀਂ ਆ, ਕੁਰਬਾਨੀਆਂ ਵੀ ਅਸੀਂ ਦੇਣੀਆਂ, ਸੋਲੂਸ਼ਨ ਵੀ ਸਿਰਫ ਪੰਜਾਬ ਸਿੱਖਾਂ ਕੋਲ ਹੀ ਹੈ। ਇਸੇ ਕਰਕੇ ਉਹ ਜਿਹੜੀ ਅੱਗ ਆ ਨਾ ਅੰਦਰ, ਉਹ ਬੁਝਦੀ ਨਹੀਂ ਆ, ਉਹ ਹੋਰ ਬਲਦੀ ਆ। ਜਦ ਧੱਕਾ ਹੁੰਦਾ ਨਾ, ਕਿਸਾਨੀ ਸੰਘਰਸ਼ ਮੋਰਚੇ ਤੇ ਧੱਕਾ ਸੀਗਾ, ਉਦੋਂ ਉਹ ਚੀਜ਼ ਅੰਦਰ ਲੱਗੀ ਕਿ ਯਾਰ ਸਾਡੇ ਨਾਲ ਇਹ ਚੀਜ਼ ਹੋ ਰਹੀ ਹੈ, ਅਸੀਂ ਤਾਂ ਸਾਰਿਆਂ ਨੂੰ ਖਵਾਉਂਦੇ ਆ। ਕਿਸਾਨੀ ਮੋਰਚੇ ਤੋਂ ਵੀ ਪਿੱਛੇ ਜਾਂਦੇ ਆ ਆਪਾਂ, ਜੇ ਗੱਲ ਕਰੀਏ ਆਜ਼ਾਦੀ ਦੀ ਗੱਲ ਕਰੀਏ, ਜੇ ਹਿੰਦੁਸਤਾਨ ਦੀ ਆਜ਼ਾਦੀ ਦੀ ਵੀ ਗੱਲ ਕਰੀਏ, ਤੇ 80 ਤੋਂ 90% ਜਿਹੜੀ ਹੈ ਸਿੱਖਾਂ ਦੀ ਉਹਦੇ ਵਿੱਚ ਸ਼ਹੀਦ ਹੋਏ ਸੀਗੇ ਤੇ ਸ਼ਹੀਦੀਆਂ ਦਿੱਤੀਆਂ ਸੀਗੀਆਂ। ਪਰ ਅੱਜ ਤੱਕ ਸਰਕਾਰਾਂ ਨੇ, ਜਾਂ ਕਿਹਾ ਜਾਂਦਾ ਹੈ ਬਾਰ-ਬਾਰ ਇਹ ਗੱਲਾਂ ਵਾਰਤਾ ਵਿੱਚ ਵੀ ਆਉਂਦੀ, ਡਿਸਕਸ਼ਨ ਚ ਆਉਂਦੀਆਂ ਕਿ ਬਿਲਕੁਲ ਰੈਕਗਨੀਸ਼ਨ ਨਹੀਂ ਦਿੱਤੀ ਇਸ ਚੀਜ਼ ਨੂੰ। ਇਸ ਤਰੀਕੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਸਟ੍ਰੈਟਜੀ, ਜਾਣਬੁੱਝ ਕੇ ਸਟ੍ਰੈਟਜੀ, ਜੋ ਲਿਖਿਆ, ਜੋ ਮਿਟਾਇਆ ਸਾਡੇ ਇਤਿਹਾਸਾਂ ਨੂੰ, ਉਹ ਬਹੁਤ ਵੈਲ ਸਟ੍ਰੈਟਜੀ ਨਾਲ ਕੀਤਾ ਕਿ ਸਾਡਾ ਯੁਵਾ ਪੜ੍ਹੇ ਨਹੀਂ। ਔਰ ਉਹ ਕਿਉਂ ਕੀਤਾ? ਉਹ ਬਹੁਤ ਜਿਹੜੇ 5% ਉੱਪਰ ਬੈਠੇ, 2% ਉੱਪਰ ਬੈਠੇ ਨੇ, 2.5% ਬਾਹਮਣ, ਜਿਹਨੂੰ ਅਸੀਂ ਕਹਿੰਦੇ ਮਨੂਵਾਦੀ ਵਿਚਾਰਧਾਰਾ। ਮੈਂ ਨਹੀਂ ਕਹਿੰਦੀ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਹਰ ਬ੍ਰਾਹਮਣ ਬੁਰਾ ਨਹੀਂ, ਬਟ ਜਿਹੜਾ ਮਨੂਵਾਦ ਫੈਲਾਉਂਦਾ ਨਾ, ਜਿਹੜਾ ਮਨੂ ਸਮ੍ਰਿਤੀ ਦੇ ਇਸ਼ਾਰਿਆਂ ਤੇ ਚੱਲਦਾ, ਇਹ ਸਾਰੀ ਸਟ੍ਰੈਟਜੀ ਉਨ ਸ਼ੈਤਾਨਾਂ ਦੀ ਹੈ, ਉਨ ਚਲਾਕ ਲੋਕਾਂ ਦੀ, ਜਿਨ੍ਹਾਂ ਨੇ ਜਾਣ ਬੁੱਝ ਕੇ ਸਾਡਾ ਇਤਿਹਾਸ ਖਤਮ ਕੀਤਾ। ਉਹਨਾਂ ਲੀਕਾਂ ਪਾਈਆਂ। ਕਿਉਂ ਕੀਤਾ? ਤਾਂ ਕਿ ਤੁਸੀਂ ਪੜ੍ਹੋ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਚੱਲੇ ਸਾਡੀ ਕੁਰਬਾਨੀਆਂ, ਸਾਡੇ ਕਿਵੇਂ ਦੇ ਵਾਰੀਅਰਸ ਰਹੇ ਨੇ। ਜਿੱਥੇ ਬ੍ਰਾਹਮਣ ਨੂੰ ਲੈ ਕੇ ਤੁਸੀਂ ਕਿਸੇ ਮਨੁੱਖ ਦੀ ਗੱਲ ਨਹੀਂ ਕਰ ਰਹੇ, ਇਜ਼ਮ ਦੀ ਗੱਲ ਕਰ ਰਹੇ। ਯੂ ਆਰ ਟਾਕਿੰਗ ਅਬਾਊਟ ਦ ਇਜ਼ਮਵਾਦ, ਵਾਟ ਇਜ਼ ਵਾਦ ਦੀ ਗੱਲ ਕਰ ਰਹੇ। ਐਗਜ਼ੈਕਟਲੀ, ਆਈ ਐਮ ਟਾਕਿੰਗ ਅਬਾਊਟ ਜਿਹੜੀ ਉਹ ਰੂੜੀਵਾਦੀ ਵਿਚਾਰਧਾਰਾ ਹੈ, ਜਿਹੜੀ ਉਹ ਮਨੂਵਾਦੀ, ਬਿਲਕੁਲ ਮਨੂ ਸਮ੍ਰਿਤੀ, ਜਿਹੜੀ ਉਹ ਮਨੂ ਸਮ੍ਰਿਤੀ ਹੈਗੀ, ਜੋ ਉਹ ਮਨੂ ਦੇ ਥਾਟ ਸੀਗੇ, ਉਸ ਦੀ ਗੱਲ ਕਰ ਰਹੀ ਹਾਂ ਮੈਂ। ਕਿਉਂਕਿ ਉਹਨਾਂ ਨੇ, ਉਹ ਇੰਨੇ ਸ਼ਾਤਰ ਲੋਕ ਸੀਗੇ ਨਾ, ਉਹਨਾਂ ਨੇ ਕੀ ਕੀਤਾ ਕਿ ਸਾਰਾ ਕੁਝ ਲੀਕਾ ਪੜੀ ਕਰਤੀ, ਕਿਉਂਕਿ ਉਸ ਟਾਈਮ ਤੇ ਪੜਨ ਦਾ ਅਧਿਕਾਰ ਸਿਰਫ ਉਹਨਾਂ ਨੇ ਤਾਂ ਔਰਤ ਨੂੰ ਵੀ ਕਹਿਤਾ ਸੀ ਤਾੜਨ ਕੇ ਅਧਿਕਾਰੀ, ਤੇ ਜਦ ਕਿ ਗੁਰੂ ਨਾਨਕ ਨੇ ਜਿਹੜਾ ਸੀਗਾ ਉਹ ਬਰਾਬਰ ਰੱਖਿਆ। ਉਹਨਾਂ ਨੇ ਕਿਹਾ ਕਿ ਸ਼ੂਦ ਪ੍ਰਤੁਤ, ਇਹ ਸਭ ਤਾੜਨ ਕੇ ਅਧਿਕਾਰੀ। ਕਿ ਇੱਕ ਔਰਤ ਨੂੰ ਜਿਹੜਾ ਦੋਵੇਂ ਦਰਜੇ ਦਾ ਨਾਗਰਿਕ ਵੀ ਨਹੀਂ ਸਮਝਿਆ, ਪਸ਼ੂ ਸਮਾਨ ਉਹਦੀ ਤੁਲਨਾ ਕਰਤੀ। ਉਹਨਾਂ ਦੀ ਸੋਚ ਕੀ ਹੋਣੀ ਸਾਡੇ ਬਾਰੇ, ਦੈਟ ਇਜ਼ ਵਾਟ देयर, ਉਹਨਾਂ ਦੀ ਥਿੰਕਿੰਗ ਉਹ ਸੀਗੀ। ਤੇ ਇਹ ਜਿਹੜੇ ਥਿੰਕਰਸ ਟਾਈਮ ਦੇ ਨਾਲ, ਜਿੱਦਾਂ ਮੈਂ ਬਾਰ-ਬਾਰ ਕਿਹਾ ਕਿ ਤੁਸੀਂ ਕਹਿੰਦੇ ਹੋ ਜਦ ਅਸੀਂ ਸਕੂਲ ਜਾਂਦੇ ਸੀ ਨਾ, ਦੇਖੋ ਸਾਡਾ ਨਾਨਕ ਸਾਹਿਬ ਨੇ ਔਰਤ ਨੂੰ ਬਰਾਬਰ ਦਾ ਅਧਿਕਾਰ ਦਿੱਤਾ। ਉਹਦੇ ਬਾਅਦ ਉਹੀ ਸਿਖਲਾਈਆਂ ਜਿਹੜੇ ਬਾਕੀ ਥਿੰਕਰਸ, ਰੀਡਰਸ ਰਹੇ, ਜਿੱਦਾਂ ਡਾਕਟਰ ਭੀਮ ਰਾਓ ਅੰਬੇਡਕਰ ਹੋ ਗਏ, ਜਿੱਦਾਂ ਮਹਾਤਮਾ ਜੋਤੀਬਾ ਫੂਲੇ ਹੋ ਗਏ, ਇਹਨਾਂ ਨੇ ਇਹ ਚੀਜ਼ਾਂ ਸਟਰਗਲਸ ਕੀਤੇ, ਇਹਨਾਂ ਨੇ ਪੜ੍ਹਿਆ। ਕਿਉਂਕਿ ਇਹ ਸ਼ੋਸ਼ਿਤ ਦਲਿਤ ਤਬਕੇ ਤੋਂ, ਗਰੀਬ ਤਬਕੇ ਤੋਂ ਲੀਡਰਸ ਉੱਠੇ, ਇਹਨਾਂ ਦਾ ਇਤਿਹਾਸ ਵੀ ਨਹੀਂ ਉੱਠਣ ਦਿੱਤਾ, ਇਹਨਾਂ ਨੂੰ ਵੀ ਅੱਗੇ ਵਧਣ ਨਹੀਂ ਦਿੱਤਾ, ਇਹਨਾਂ ਦੇ ਵੀ ਲੀਕਾਂ ਮਾਰੀਆਂ, ਇਹਨਾਂ ਦਾ ਵੀ ਕੋਈ ਇਤਿਹਾਸ ਵਿੱਚ ਵੱਡਾ ਨਾਂ ਨਹੀਂ ਕੀਤਾ, ਜਾਣ ਬੁੱਝ ਕੇ ਕੀਤਾ, ਕਿਉਂਕਿ ਤੁਸੀਂ ਉਹਨਾਂ ਨੂੰ ਯਾਦ ਹੀ ਨਾ ਕਰੋ। ਇਹਨਾਂ ਨੇ ਕੀ ਕੀਤਾ? ਬਹੁਤ ਸਟ੍ਰੈਟਜੀ ਨਾਲ। ਸਰਸਵਤੀ ਜੀ, ਮੈਂ ਅਗੇਂਸਟ ਨਹੀਂ ਆ ਕਿਸੇ ਦੇ ਵੀ ਧਰਮ ਦੀ ਫੀਲਿੰਗ ਦੇ, ਲੇਕਿਨ ਇਹਨਾਂ ਨੇ ਜਦ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਨਾ, ਉੱਥੇ ਤੁਸੀਂ ਕਿੱਦਾਂ ਕਿਸੇ ਧਰਮ ਦਾ ਪ੍ਰਚਾਰ ਕੀਤਾ? ਸਰਸਵਤੀ ਦੀ ਫੋਟੋ ਲਾਈ ਹੁੰਦੀ, ਇਹਨਾਂ ਨੇ ਕਿਹਾ ਸਰਸਵਤੀ ਸਿੱਖਿਆ ਦੀ ਦੇਵੀ ਹੈ। ਮੈਨੂੰ ਇੱਕ ਗੱਲ ਦੱਸ ਦਿਓ, ਬੜਾ ਮੇਰਾ ਇੱਕ ਕ੍ਰਿਟੀਕਲ ਸਾਇੰਟੀਫਿਕ, ਮੈਨੂੰ ਕਹਿ ਲਓ ਜਾਂ ਜਸਟੀਫਾਈਡ ਕੁਐਸਚਨ ਆ, ਅੱਜ ਦਿਨ ਤੱਕ ਕਿਹੜੇ ਸਕੂਲਸ ਖੋਲੇ ਨੇ ਸਰਸਵਤੀ ਨੇ, ਕਿਹੜੇ ਕਾਲਜ ਖੋਲੇ ਨੇ, ਕਿਹੜੀ ਐਸੀ ਉਪਲਬਧੀਆਂ ਕੀਤੀਆਂ ਨੇ ਜਿਹਨੂੰ ਅਸੀਂ ਯਾਦ ਰੱਖੀਏ? ਸਾਡੇ ਗੁਰੂਆਂ ਨੇ
ਕਿੰਨੀਆਂ ਸਿੱਖਿਆ ਦਿੱਤੀਆਂ, ਕਿੰਨੇ ਸਕੂਲ ਖੋਲੇ, ਕਿਆ ਇਹਨਾਂ ਕੋਲ ਰਿਕਾਰਡ ਹੈਗਾ? ਔਰ ਬਾਕੀ ਜਿਹੜੇ ਹੋ ਗਏ ਜਿੱਦਾਂ ਜੋ ਇਤਿਹਾਸ ਪੜ੍ਹਦੀਆਂ ਸੀ ਉਹ 'ਚ ਕਹਿੰਦੇ ਜਿਹੜੀ ਪਹਿਲੀ ਮਹਿਲਾ ਸ਼ਿਕਸ਼ਿਕਾ ਹੋਈ ਉਹ ਸਾਵਿਤਰੀ ਬਾਈ ਫੂਲੇ ਹੋਈ। ਉਹ ਸਭ ਤੋਂ ਪਹਿਲੀ ਸ਼ਿਕਸ਼ਿਕਾ ਸੀਗੀ ਜਿਹਨੇ ਐਜੂਕੇਸ਼ਨ ਦੀ ਜਾਂ ਲੋਕਾਂ ਲਈ ਜਿਹੜੇ ਭੈਣਾਂ ਸੀਗੀਆਂ ਉਹ ਤੇ ਲੋਕ ਜਿਹੜੇ ਬ੍ਰਾਹਮਣ ਸਮਾਜ ਦੇ ਲੋਕ ਸੀਗੇ ਉਹ ਗੋਬਰ ਪੱਥਰ ਗੰਦਾ ਸੁੱਟਦੇ ਸੀ ਜਦੋਂ ਪੜ੍ਹਾਉਣ ਲਈ ਬਾਹਰ ਜਾਂਦੀ ਸੀਗੀ। ਉਹ ਸਭ ਤੋਂ ਪਹਿਲੀ ਟੀਚਰ ਸੀਗੀ। ਇਤਿਹਾਸ 'ਚ ਕਿਤੇ ਨਾ ਹੈਗਾ ਨਹੀਂ। ਇਹਨਾਂ ਨੇ ਆਪਣਾ ਜਿੰਨਾ ਵੀ ਕਾਲਪਨਿਕ ਚੀਜ਼ਾਂ ਹੈਗੀਆਂ ਨਾ ਸਾਡੇ ਸਿਰ ਤੇ ਥੋਪਤਾ। ਮਾਈਥੋਲੋਜੀ, ਐਗਜ਼ੈਕਟਲੀ ਮਾਈਥੋਲੋਜੀ ਸਾਡੇ ਸਿਰ ਤੇ ਥੋਪਤੀ। ਉਸ ਜਿਹੜੀਆਂ ਚੀਜ਼ਾਂ ਕਰਕੇ ਸਾਡੇ ਲੋਕੀ ਭੋਲੇ ਸੀਗੇ, ਨੈਰੇਟਿਵ ਵਿੱਚ ਫਸਦੇ ਗਏ, ਅਸੀਂ ਭੁੱਲਦੇ ਗਏ। ਸਾਨੂੰ ਲੱਗਿਆ ਸਹੀ ਕਹਿ ਰਹੇ ਨੇ, ਵੰਡ ਵਿਤਕਰਾ ਜਿਹੜਾ ਹੈਗਾ ਇਹਨਾਂ ਤੋਂ ਆਇਆ, ਅਸੀਂ ਨਹੀਂ ਕਰਦੇ ਸੀਗੇ। ਸਾਡੇ ਗੁਰੂਆਂ ਨੇ ਸਿਖਲਾਈ ਨਹੀਂ ਦਿੱਤੀ, ਸਾਡੇ ਗੁਰੂਆਂ ਨੇ ਵਾਟੇ ਨਹੀਂ ਦੋ ਬਣਾਏ, ਸਾਡੇ ਗੁਰੂਆਂ ਨੇ ਆਪਣੇ 4 ਵਾਰ ਕੇ 5 ਦਿੱਤੇ ਸੀਗੇ। ਉਹ ਅਸੀਂ ਭੁੱਲਦੇ ਗਏ। ਅਸੀਂ ਇਹਨਾਂ ਦੀਆਂ ਚੀਜ਼ਾਂ ਨੂੰ ਇਹਨਾਂ ਕਿਉਂ ਕੀਤਾ? ਬਹੁਤ ਸ਼ਾਤਿਰ ਹੈਗੇ। ਮੀਡੀਆ ਤੇ ਇਹਨਾਂ ਦਾ ਕਬਜ਼ਾ, ਸਾਰੇ ਰਿਸੋਰਸਿਸ ਤੇ ਇਹਨਾਂ ਦਾ ਕਬਜ਼ਾ, ਜਲ ਜੰਗਲ ਜ਼ਮੀਨ ਧਰਤੀ ਦੇ ਥੱਲੇ ਕੀ ਆਸਮਾਨ 'ਚ ਕੀ ਹੈ ਉਹਦੇ 'ਚ ਅਧਿਕਾਰ ਤਾਂ ਸਾਰਿਆਂ ਦਾ ਹੋਣਾ ਚਾਹੀਦਾ ਨਾ। ਫਿਰ ਉਹ 2% ਲੋਕਾਂ ਦਾ ਕਿੱਦਾਂ? ਫਿਰ ਆਕਸਫੈਮ ਦੀ ਜਿਹੜੀ ਰਿਪੋਰਟ ਆ ਉਹ ਕਹਿ ਰਹੀ ਹੈ ਕਿ ਇੰਡੀਆ ਵਿੱਚ ਖਾਲੀ 20 ਲੋਕ ਐਸੇ ਨੇ ਜਿਨ੍ਹਾਂ ਕੋਲ 90% ਵੈਲਥ ਆ ਦੇਸ਼ ਦੀ। ਉਹ ਕਿਉਂ ਹੈ? ਬਾਕੀਆਂ ਕੋਲ ਕਿਉਂ ਨਹੀਂ ਹੈ? ਬਾਕੀਆਂ ਕੋਲ ਉਹਨਾਂ ਦਾ ਪੈਸਾ, ਉਹਨਾਂ ਦੇ ਰਿਸੋਰਸਿਸ ਕਿਉਂ ਨਹੀਂ ਜਾਂਦੇ? ਕਿਆ ਇਹ ਸੋਚਣ ਦੀ ਲੋੜ ਨਹੀਂ ਹੈਗੀ? ਇਹ ਚੀਜ਼ ਜਿਹੜੀ ਹੈ ਨਾ, ਐਜੂਕੇਸ਼ਨ ਜਦ ਕਹਿੰਦੇ ਨਾ ਸਿੱਖਿਆ ਸੇ ਹੈ ਸਮਾਧਾਨ। ਇਫ ਯੂ ਆਰ ਵੈਲ ਰੈਡ ਔਰ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਚੀਜ਼ਾਂ ਨੂੰ ਸਮਝਦੇ ਹੋ ਔਰ ਥੋੜੇ ਜਿਹੇ ਮੇਰੇ ਵਰਗੇ ਕ੍ਰਿਟੀਕਲ ਮਾਈਂਡਸੈਟ ਦਿਓ, ਫਿਰ ਤਾਂ ਤੁਸੀਂ ਚੁੱਪ ਨਹੀਂ ਬਹਿ ਸਕਦੇ। ਮੈਂ ਤਾਂ ਨਹੀਂ ਬਹਿ ਸਕਦੀ। ਮੈਨੂੰ ਆ ਲੱਗਦਾ ਜਿੱਦਾਂ ਮੈਂ ਸ਼ੁਰੂਆਤ 'ਚ ਕਿਹਾ, ਯੂਰ ਐਜੂਕੇਸ਼ਨ ਇਜ਼ ਆਫ ਨੋ ਯੂਜ਼ ਜੇ ਤੁਸੀਂ ਆਪਣੇ ਅਧਿਕਾਰਾਂ ਲਈ ਬੋਲੇ ਨਹੀਂ, ਖੜੇ ਨਹੀਂ ਹੋਏ। ਜੇ ਤੁਸੀਂ ਕਿਸੇ ਮਜ਼ਲੂਮ ਦੀ, ਗਰੀਬ ਦੀ, ਜਿਹਦੇ ਕੋਲ ਆਵਾਜ਼ ਨਹੀਂ ਹੈਗੀ, ਉਹਦੇ ਨਾਲ ਧੱਕਾ ਹੋ ਰਿਹਾ, ਉਹਦੀ ਆਵਾਜ਼ ਨਹੀਂ ਬਣੇ, ਤੁਹਾਡਾ ਕਿੱਤਾ ਕਿਰਾਇਆ ਸਭ ਖੂਚ ਹੋਇਆ, ਤੁਹਾਡੀ ਐਜੂਕੇਸ਼ਨ ਡਿਗਰੀ ਫਾੜ ਦਿਓ। ਡਾਕਟਰ ਰਿਤੂ, ਤੁਸੀਂ ਇਸ ਮੋਰਚੇ ਵਿੱਚ ਆਏ ਹੋ, ਸਪੈਸ਼ਲੀ ਆ ਰਹੇ ਹੋ, ਬਾਰ-ਬਾਰ ਆ ਰਹੇ ਹੋ, ਖਾਸ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ ਹੋਇਆ ਹੈ। ਇੱਥੇ ਮੈਂ ਦੇਖ ਰਹੀ ਹਾਂ ਜਿਹੜੇ ਭਾਈ ਤਾਂ ਬਹੁਤ ਨੇ, ਮਰਦ ਬਹੁਤ ਨੇ, ਔਰਤਾਂ ਘੱਟ ਨੇ, ਆ ਰਹੀਆਂ ਘੱਟ ਆ ਰਹੀਆਂ, ਬੀਬੀਆਂ ਘੱਟ ਦਿਖਾਈ ਦਿੰਦੀਆਂ। ਕਿਸਾਨੀ ਮੋਰਚੇ 'ਚ ਬਹੁਤ ਜ਼ਿਆਦਾ ਸੀਗੀਆਂ। ਕਹਿੰਦੇ ਕਿਸੇ ਵੀ ਮੋਰਚੇ ਜਾਂ ਮੂਵਮੈਂਟ ਦੀ ਜਿਹੜੀ ਹੈ ਉਹ ਇੱਕ ਬੇਸ ਤੇ ਰੀੜ੍ਹ ਦੀ ਹੱਡੀ ਹੁੰਦੀਆਂ ਔਰਤਾਂ। ਉਹਦਾ ਵੀ ਇੱਕ ਵਜ੍ਹਾ ਹੈਗੀ ਹੈ, ਤੁਸੀਂ ਜਾਣਦੇ ਹੋ। ਕਿਸਾਨੀ ਮੋਰਚੇ ਸਭ ਨੇ ਦੇਖਿਆ। ਯੂਥ ਨੂੰ ਤੇ ਔਰਤਾਂ ਨੂੰ ਤੇ ਇਸ ਮੋਰਚੇ ਨੂੰ ਤੁਹਾਡਾ ਕੀ ਸਵਾਲ ਸੰਦੇਸ਼ ਹੈਗਾ? ਮੇਰਾ ਆਖਰੀ ਸਵਾਲ ਹੈ। ਠੀਕ ਹੈ ਜੀ, ਪਹਿਲਾਂ ਤਾਂ ਜੇ ਤੁਸੀਂ ਆਪਣਾ ਇਤਿਹਾਸ ਨਹੀਂ ਪੜ੍ਹਿਆ ਤਾਂ ਪੜ੍ਹ ਲਓ ਤੇ ਮਾਈ ਭਾਗੋ ਨੂੰ ਯਾਦ ਕਰ ਲਓ। ਮੈਨੂੰ ਤਾਂ ਇਹ ਲੱਗਦਾ ਕਿ ਸ਼ਰਮ ਆਉਣੀ ਚਾਹੀਦੀ ਜੇ ਤੁਸੀਂ ਇੰਨਾ ਵੀ ਬੇਸ ਨਹੀਂ ਪੜ੍ਹਿਆ ਤੇ। ਔਰ ਤੁਸੀਂ ਜਿੱਦਾਂ ਮਾਵਾਂ ਕਹਿੰਦੀ ਨਾ ਮੇਰਾ ਪੁੱਤ, ਅੱਜ ਕੱਲ੍ਹ ਸ਼ੋਸ਼ਾਬਾਜੀ ਬਹੁਤ ਹੈ ਨਾ, ਵੱਡੀ ਵੱਡੀਆਂ ਗੱਡੀਆਂ ਦੇ ਦਿਓ, ਸੋਹਣੇ ਸੋਹਣੇ ਸੂਟ ਬੂਟ ਪਵਾ ਦਿਓ, ਮੈਚਿੰਗ ਸੂਟ ਹੋਵੇ, ਮੈਚਿੰਗ ਪੱਗ ਹੋਵੇ। ਜਿਹੜੀ ਉਹ ਪੱਗ ਆ ਨਾ, ਜਿਹਦੀ ਦੇਣ ਆ ਨਾ, ਉਹਨੂੰ ਯਾਦ ਕਰੋ। ਉਹਦੀ ਕੁਰਬਾਨੀਆਂ ਕਰਕੇ ਤੁਸੀਂ ਅੱਜ ਸਜਾਏ ਬੈਠੇ ਹੋ। ਉਹ ਤੁਹਾਡੀਆਂ ਮਾਵਾਂ ਨੇ ਤੇ ਪੈਸਾ ਲੈ ਕੇ ਤੁਹਾਡੇ ਤੇ ਸੁੱਟਿਆ ਤੇ ਮਾਵਾਂ ਕਹਿੰਦੀਆਂ ਕਿ ਮੇਰਾ ਕਿਹੜਾ ਪੁੱਤ ਆ, ਮੇਰਾ ਕਿਹੜਾ ਵੀਰ ਆ ਜਿਹੜਾ ਜੇਲ੍ਹ 'ਚ ਬੈਠਿਆ, ਮੇਰਾ ਕੀ ਜਾ ਰਿਹਾ। ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਉਹ ਮਾਵਾਂ ਤੋਂ ਉਹ ਮੇਰਾ ਐਲਾਨ ਹੈਗਾ ਕਿ ਮਾਵਾਂ ਜਿਹੜੀਆਂ ਆਪਣੇ ਪੁੱਤਾਂ ਲਈ ਗੱਲ ਕਰਦੀਆਂ ਨਾ, ਆਪਣੇ ਪੁੱਤਾਂ ਲਈ ਘਰੋਂ ਤੋਂ ਤੁਸੀਂ ਬਾਹਰ ਨਿਕਲੋ, ਕਿਉਂਕਿ ਤੁਹਾਡੇ ਪੁੱਤਾਂ ਲਈ ਨਾ ਕਿਸੇ ਦੇ ਪੁੱਤ ਅੱਜ ਬੇੜੀਆਂ 'ਚ ਨੇ। 26 ਸਾਲ ਤੋਂ 27 ਸਾਲ ਤੋਂ 14 ਸਾਲ ਤੋਂ ਉੱਤੇ ਇੱਕ ਉਮਰ ਕੈਦ ਆ, 25 30 ਸਾਲ ਹੋ ਗਏ। ਇਹ ਮੇਰਾ ਇੱਕ ਹੱਥ ਜੋੜ ਕੇ ਵਿਨਤੀ ਆ, ਨਿਵੇਦਨ ਆ ਕਿ ਤੁਸੀਂ ਜੇ ਹੁਣ ਵੀ ਨਹੀਂ ਆਏ ਨਾ ਤੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਨਾ ਉਹਨੇ ਗਾਲਾਂ ਕੱਢਣੀਆਂ ਤੁਹਾਨੂੰ, ਕਿਉਂਕਿ ਤੁਸੀਂ ਇਤਿਹਾਸ ਦੇ ਰਾਈਟ ਸਾਈਡ ਨਹੀਂ ਖੜੇ ਹੋਏ। ਅੱਜ ਮੈਂ ਇੱਕ ਯੂਥ ਹੋਣ ਦੇ ਨਾਤੇ ਆਈ ਵਾਂਟ ਟੂ ਸਟੈਂਡ ਰਾਈਟਸ ਐਟ ਦ ਰਾਈਟ ਸਾਈਡ ਆਫ ਦਾ ਹਿਸਟਰੀ, ਤਾਂ ਕਿ ਜਦ ਮੇਰੇ ਆਉਣ ਵਾਲੀ ਜਨਰੇਸ਼ਨ ਯੂਥ ਦੇਖਣ ਨਾ ਤੇ ਮੈਨੂੰ ਆਪਣਾ ਸਿਰ ਸ਼ਰਮ ਨਾਲ ਝੁਕਾਉਣਾ ਨਾ ਪਏ। ਉਹ ਇਹ ਨਹੀਂ ਕਹਿਣਗੇ ਇਹ ਤੁਸੀਂ ਕੀਤਾ ਸਾਡੇ ਲਈ, ਸਭ ਕੁਝ ਬਰਬਾਦ ਕਰ ਗਏ, ਤੁਹਾਡੀ ਅੱਖਾਂ ਦੇ ਸਾਹਮਣੇ ਸਾਡਾ ਸਭ ਕੁਝ ਖਤਮ ਹੁੰਦਾ ਗਿਆ, ਸਾਡਾ ਪੰਜਾਬ, ਸਾਡਾ ਸਭ ਕੁਝ ਲੁੱਟਾ ਚਲਾ ਗਿਆ ਤੇ ਤੁਸੀਂ ਘਰ ਬੈਠੇ ਸੀਗੇ, ਤੁਸੀਂ ਗਫਲਤ ਦੀ ਨੀਂਦ 'ਚ ਸੋ ਰਹੇ ਸੀਗੇ ਕਿ ਸਾਡਾ ਕੀ ਆ। ਤੇ ਇਸੇ ਕਰਕੇ ਮੈਂ ਕਿਹਾ ਕਿ ਜੋ ਗਫਲਤ ਦੀ ਨੀਂਦ ਘਰ ਬਹਿ ਕੇ ਸੋ ਰਹੇ ਨੇ ਨਾ, ਮਰਨਾ ਤੁਸੀਂ ਉੱਦਾਂ ਵੀ ਹੈ, ਇੱਦਾਂ ਵੀ ਹੈ। ਜਾਂ ਤਾਂ ਘਰ ਬਹਿ ਕੇ ਸੜ ਕੇ ਮਰੋ ਜਾਂ ਬਾਹਰ ਨਿਕਲੋ ਲੜ ਕੇ ਮਰੋ।